जब हम होते तब तू नाही, अब तू ही मैं नाही। अनल अगम जैसे लहर में ओदद, जल केवल जल माही। माधवे क्या कहिए भ्रम ऐसा, जैसा मानिया हुए ना तैसा। रहाउ नरपत एक सिंहासन सोया, सुपना पया भिखारी। अचत राज बिछरत दुख पाया, सो गत भई हमारी। राज भुयंग प्रसंग जैसे है, अब कछ मर्म जनाया। अनिक कटक जैसे फूल परे, अब कहते कहन ना आया। सर्वै एक अनेक स्वामी, सब घट भोगवै सोई। कह रविदास हाथ पै नेरै, सहजे होए सो होई। नाहौ जति सती नहीं पढ़िया, मूर्ख मुगधा जन्म पया। प्रणवत नानक तिन की सरुणा, जिन तू नाही बिसरिया। सतनाम श्री वाहिगुरु साहिब जी। सतनाम श्री वाहिगुरु साहिब जी। सज्जन सच्चा पातशाह, सिर साहाद साहु। जिस पास बैठिया सोहिया, सबना दा वेसा। श्लोक महला पहला।
ਹਾਉ ਵਿੱਚ ਆਇਆ ਹਾਉ ਵਿੱਚ ਗਿਆ, ਹਾਉ ਵਿੱਚ ਜੰਮਿਆ ਹਾਉ ਵਿੱਚ ਮੁਆ, ਹਾਉ ਵਿੱਚ ਦਿੱਤਾ ਹਾਉ ਵਿੱਚ ਲਿਆ, ਹਾਉ ਵਿੱਚ ਖਟਿਆ ਹਾਉ ਵਿੱਚ ਗਿਆ, ਹਾਉ ਵਿੱਚ ਸਚਿਆਰ ਕੂੜਿਆਰ, ਹਾਉ ਵਿੱਚ ਪਾਪ ਪੁੰਨ ਵਿਚਾਰ, ਹਾਉ ਵਿੱਚ ਨਰਕ ਸੁਰਗ ਅਵਤਾਰ, ਹਾਉ ਵਿੱਚ ਹਸੈ ਹਾਉ ਵਿੱਚ ਰੋਵੈ, ਹਾਉ ਵਿੱਚ ਭਰੀਐ ਹਾਉ ਵਿੱਚ ਧੋਵੈ, ਹਾਉ ਵਿੱਚ ਜਾਤੀ ਜਿਨਸੀ ਖੋਵੈ, ਹਾਉ ਵਿੱਚ ਮੂਰਖ ਹਾਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਉ ਵਿੱਚ ਮਾਇਆ ਹਾਉ ਵਿੱਚ ਛਾਇਆ, ਹਾਉ ਮੈਂ ਕਰ ਕਰ ਜੰਤ ਉਪਾਇਆ, ਹਾਉ ਮੈਂ ਬੂਝੈ ਤਾ ਦਰ ਸੂਝੈ, ਗਿਆਨ ਵਿਹੂਣਾ ਕਤ ਕਤ ਲੂਝੈ, ਨਾਨਕ ਹੁਕਮੀ ਲਿਖਿਐ ਲੇਖ, ਜਿਹਾ ਵੇਖੇ ਤੇਹਾ ਵੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਭਗਤ ਵਸ਼ਲ ਪਤਿਤ ਪਾਵਨ ਸਤਿਗੁਰੂ ਦੀਨ ਦਇਆਲ ਪਾਤਸ਼ਾਹ ਲੋਕ ਪਰਲੋਕ ਦੇ ਰਾਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਨੇ ਤਰਸ ਮਿਹਰਮਤ ਕਰਕੇ ਇਸ ਭਾਗਾ ਸਮਾਂ ਸਾਡੀ ਝੋਲੀ ਦੇ ਵਿੱਚ ਪਾਇਆ। ਗੁਰੂ ਪਿਆਰਿਓ, ਆਓ ਗੁਰੂ ਕਿਰਪਾ ਦੇ ਸਦਕਾ ਜਿਸ ਕਾਰਜ ਵਾਸਤੇ ਇੱਥੇ ਜੁੜ ਮਿਲ ਕਰਕੇ ਬੈਠੇ ਹਾਂ, ਜਿਸ ਕਾਰਜ ਕਰਕੇ ਗੁਰੂ ਦੀ ਬਖਸ਼ਿਸ਼ ਸਦਕਾ ਇੱਥੇ ਇਕੱਤਰ ਹੋਏ ਹਾਂ, ਉਹਨਾਂ ਵਿਚਾਰਾਂ ਦੀ ਸਾਂਝ ਨਾਲ ਜੁੜਨ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਗੁਰੂ ਪਿਆਰਿਓ ਗੁਰੂ ਚਰਨਾਂ ਵਿੱਚ ਦਾਸਰੇ ਦੀ ਤੇ ਆਪਣੀ ਹਾਜ਼ਰੀ ਲਵਾਓ। ਪਿਆਰ ਸਹਿਤ ਸਾਰਿਆਂ ਨੇ ਇੱਕ ਚਿੱਤ ਇੱਕ ਮਨ ਹੋ ਕਰਕੇ ਜਪਣਾ ਹੈ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਆਰਿਓ, ਨਿਤ ਦੇ ਨੇਮੀ ਹੋ, ਰੋਜ਼ਾਨਾ ਗੁਰੂ ਕੀ ਸੰਗਤ ਕਰਨ ਵਾਲੇ ਹੋ ਤੇ ਨਿਤ ਦੇ ਨੇਮ ਦੇ ਅੰਦਰ ਆਪ ਜੀ ਨੇ ਲੜੀਵਾਰ ਵਿਚਾਰ ਦਾ ਚੱਲ ਰਿਹਾ ਜੋ ਹਿੱਸਾ ਅੱਜ ਤੱਕ ਦੀ ਵਿਚਾਰ ਜੋ 6 ਪੌੜੀਆਂ ਸਾਹਿਬਾਂ ਦੀ ਬਖਸ਼ਿਸ਼ ਦੇ ਸਦਕਾ ਆਪਾਂ ਸਾਂਝੀਆਂ ਕੀਤੀਆਂ ਨੇ,
जितनी क पातशाह जी ने इस संसारक शरीर ਦੇ ਅੰਦਰ ਸਮਤ ਪਾਈ ਹੈ, ਉਸ ਸਮਤ ਦੇ ਅਨੁਸਾਰ ਆਪਾਂ ਸਾਂਝੀਆਂ ਕਰਨ ਦੇ ਯਤਨ ਕੀਤੇ। ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਬੇਅੰਤ ਪ੍ਰਕਾਰ ਦੀਆਂ ਤੁਸ਼ ਬੁੱਧ ਦੇ ਕਾਰਨ ਭੁੱਲਾਂ ਵੀ ਹੋ ਜਾਂਦੀਆਂ ਨੇ। ਗੁਰੂ ਪਿਆਰਿਓ, ਅਸੀਂ ਇਹ ਨਹੀਂ ਆਖ ਸਕਦੇ ਕਿ ਦਾਸ ਨੇ ਜਾਂ ਸੰਸਾਰ ਦੇ ਵਿੱਚ ਹੋਰ ਕੋਈ ਵੀ ਇਹ ਗੱਲ ਨਹੀਂ ਆਖ ਸਕਦਾ ਕਿ ਭਾਈ ਮੈਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਮੁਕੰਮਲ ਤੌਰ ਤੇ ਸਮਝ ਲਿਆ। ਇਸ ਤੁਸ਼ ਬੁੱਧ ਦੇ ਅੰਦਰ ਗੁਰੂ ਪਿਆਰਿਓ ਜਿਤਨਾ ਕੁ ਵੀ ਸਮਤ ਆ ਸਕਦੀ ਆ, ਜਿੰਨੀ ਕੁ ਵੀ ਗੁਰੂ ਚਰਨਾਂ ਦੇ ਗੁਰੂ ਕਿਰਪਾ ਦੇ ਸਦਕਾ ਸੋਝੀ ਆ ਸਕਦੀ ਹੈ, ਉਤਨੇ ਕੁ ਵਿਚਾਰ ਦੇ ਨਾਲ ਆਪਾਂ ਜੁੜ ਕੇ ਤੇ ਉਸ ਨੂੰ ਜੀਵਨ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ ਤੇ ਸਾਡੇ ਵਾਸਤੇ ਇਹੋ ਹੀ ਸਫਲਾ ਹੈ। ਨਾ ਤੇ ਮੈਂ ਬੇਨਤੀ ਕੀਤੀ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਦੀ ਵਿਚਾਰ ਨੂੰ ਮੁਕੰਮਲ ਸਮਝ ਲਿਆ, ਤੇ ਨਾ ਹੀ ਅੱਜ ਤੱਕ ਕੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰ ਨੂੰ ਅੱਜ ਤੱਕ ਇਹ ਆਖ ਸਕਿਆ ਕਿ ਭਾਈ ਮੈਨੂੰ ਸੰਪੂਰਨ ਤੌਰ ਤੇ ਸਮਝ ਆ ਗਈ ਆ, ਜਾਂ ਮੈਂ ਜੋ ਅਰਥ ਕੀਤੇ ਨੇ ਉਹੋ ਹੀ ਸਹੀ ਆ। ਅੱਜ ਤੱਕ ਗੁਰੂ ਪਿਆਰਿਓ ਇੰਨੇ ਵਿਚਾਰਵਾਨਾਂ ਵਿਦਵਾਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਟੀਕੇ, ਸਟੀਕਾਂ, ਪਦ ਅਰਥ, ਸ਼ਬਦ ਅਰਥ, ਵਿਚਾਰ ਅਰਥ ਸਾਰਾ ਕੁਝ ਲਿਖਿਆ ਗਿਆ ਵਾ। ਕਾਰਨ ਕੀ, ਜਿਸ ਨੂੰ ਜਿਤਨੀ ਕੁ ਸਮਝ ਲੱਗੀ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਸਾਹਿਬ ਕਹਿੰਦੇ ਜਿਹਨੂੰ ਜਿੰਨੀ ਕੁ ਸਮਝ ਲੱਗੀ ਉਹਨੇ ਅੱਜ ਤੱਕ ਓਨਾ ਕੁ ਵਰਣਨ ਕਰ ਦਿੱਤਾ ਹੈ। ਸਮਝਣ ਦੀ ਗੱਲ ਇਹ ਹੈ, ਜਿਸ ਪ੍ਰਕਾਰ ਅਸੀਂ ਕਹਿ ਲਈਏ ਕਿ ਕਿਸੇ ਰਸਤੇ ਦੇ ਉੱਪਰ ਮੈਂ ਚੱਲ ਕੇ ਜਾ ਰਿਹਾ ਤੇ ਜਿਤਨਾ ਕੁ ਰਸਤਾ ਮੈਂ ਵੇਖਿਆ ਹੈ, ਇਹ ਨਹੀਂ ਕਿ ਰਸਤਾ ਓਨਾ ਕੁ ਹੀ ਹੈ। ਗੁਰੂ ਪਿਆਰਿਓ, ਸਾਡੇ ਜੀਵਨ ਦੇ ਅੰਦਰ ਉਤਨਾ ਕੁ ਰਸਤਾ ਮੈਂ ਵੇਖਿਆ ਤੇ ਮੈਂ ਉਤਨੇ ਕੁ ਰਸਤੇ ਦੀ ਗੱਲ ਕਹਿ ਦਿੱਤੀ ਆ। ਜਿਵੇਂ ਵਿਦਵਾਨਾਂ ਨੂੰ, ਵਿਚਾਰਵਾਨਾਂ ਨੂੰ, ਜਿਹੜੇ ਤੇ ਗੁਰੂ ਦੀ ਸੋਝੀ ਵਾਲੇ, ਉਹਨਾਂ ਨੂੰ ਸਵਾਲ ਕੀਤੇ ਜਾਂਦੇ ਆ ਕਿ ਤੁਸੀਂ ਕੁਝ ਹੋਰ ਆਖਦੇ ਹੋ, ਫਲਾਣਾ ਵਿਦਵਾਨ ਕੋਈ ਹੋਰ ਆਖਦਾ, ਉਹ ਕੁਝ ਹੋਰ ਕਹਿੰਦਾ ਆ। ਤੇ ਜਿਹੜਾ ਸੂਝਵਾਨ ਵਿਦਵਾਨ, ਜਿਹੜਾ ਗੁਰੂ ਦੀ ਮੱਤ ਵਾਲਾ ਗੁਰਮੁਖ ਹੈ, ਉਹ ਇਹ ਗੱਲ ਕਹਿੰਦਾ ਆ ਕਿ ਭਾਈ ਜਿੱਥੋਂ ਤੱਕ ਮੈਂ ਪੁੱਜਿਆ ਸੀ ਵਿਚਾਰ ਦੇ ਅੰਦਰ, ਜਿੱਥੋਂ ਤੱਕ ਮੈਂ ਗਿਆਨ ਦੀ ਧਾਰਾ ਦੇ, ਗਿਆਨ ਦੇ ਰਸਤੇ ਦੇ ਉੱਪਰ ਪੁੱਜਿਆ, ਉੱਥੋਂ ਤੱਕ ਮੈਂ ਬਿਆਨ ਕਰ ਦਿੱਤਾ ਆ। ਹੋ ਸਕਦਾ ਜਿਹੜਾ ਹੋਰ ਗੁਰਮੁਖ ਪਿਆਰਾ ਉਹ ਮੇਰੇ ਨਾਲੋਂ ਬਹੁਤ ਅੱਗੇ ਜਾ ਗਿਆ ਹੋਵੇ ਤੇ ਉਸਨੇ ਉਸ ਦੇ ਅਨੁਸਾਰ ਵਿਚਾਰਾਂ ਜਿਹੜੀਆਂ ਉਹ ਬਿਆਨ ਕਰ ਦਿੱਤੀਆਂ। ਭਾਵ ਇਸ ਰਸਤੇ ਦੇ ਉੱਪਰ ਅਸੀਂ ਜਿੱਥੋਂ ਤੱਕ ਵੀ ਪੁੱਜੇ ਆ, ਦੂਜੇ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਗੁਰੂ ਪਿਆਰੇ, ਹੋ ਸਕਦਾ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਅੱਗੇ ਹੋਵੇ। ਤੇ ਮੈਂ ਬੇਨਤੀ ਕਰਦਾ, ਦੋਵੇਂ ਹੱਥ ਜੋੜ ਕੇ ਤੁਸ਼ ਜਿਹਾ, ਨਿਮਾਣਾ ਜਿਹਾ ਦਾਸ ਸਮਝ ਕੇ ਵਿਚਾਰਾਂ ਨੂੰ ਸਰਵਣ ਕਰਿਆ ਕਰੋ। ਜਿਤਨੀ ਕੁ ਵੀ ਸਮਤ ਪਾਤਸ਼ਾਹ ਜੀ ਨੇ ਸਰੀਰ ਦੇ ਅੰਦਰ ਪਾਈ ਹੈ, ਉਸ ਦੇ ਅਨੁਸਾਰ ਸਾਂਝ ਪਾਉਣ ਦਾ ਯਤਨ ਆਪਾਂ ਕਰਦੇ ਹਾਂ। ਪਰ ਇਹ ਵਿਚਾਰ ਨਹੀਂ ਕਿ ਹੋ ਸਕਦਾ ਮੈਂ ਅਨੇਕਾਂ ਥਾਵਾਂ ਤੇ ਗਲਤ ਹੋਵਾਂ। ਖੈਰ, ਆਪਾਂ ਵਿਚਾਰ ਦੇ ਨਾਲ ਗੁਰੂ ਕਿਰਪਾ ਦੇ ਸਦਕਾ ਉਦਮ ਪਾਤਸ਼ਾਹ ਜੀ ਨੇ ਆਪ ਕਰਵਾਇਆ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ 6ਵੀਂ ਪੌੜੀ ਦੀ ਵਿਚਾਰ ਤੱਕ ਪੁੱਜਦਿਆਂ ਗੁਰੂ ਪਿਆਰਿਓ, ਆਪਾਂ ਇਹ ਵਿਚਾਰ ਜਿਹੜੀ ਅੱਜ ਤੱਕ ਸਾਂਝੀ ਕੀਤੀ ਆ ਕਿ ਸਾਹਿਬਾਂ ਨੇ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਸਮਝਾਇਆ, ਉਸ ਤੋਂ ਬਾਅਦ ਅਕਾਲ ਪੁਰਖ ਕਿੱਥੇ ਵਸਦਾ ਆ ਇਹ ਦੱਸਿਆ, ਫਿਰ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਧਾਰਮਿਕ ਤੌਰ ਤੇ ਜਿਹੜੇ ਕਾਰਜ ਕੀਤੇ ਜਾਂਦੇ ਉਹ ਦੱਸੇ। ਫਿਰ ਹਜ਼ੂਰ ਨੇ ਦੱਸਿਆ ਕਿ ਭਾਈ ਇਹ ਜਿਹੜੇ ਰਸਤੇ ਆ ਮੁਬਾਰਕ ਨੇ, ਪਰ ਜੀਵਨ ਦੇ ਅੰਦਰ ਗਿਆਨ ਦੀ ਪ੍ਰਾਪਤੀ ਤੋਂ ਬਿਨਾ ਕੇਵਲ ਜਿਹੜੀ ਸ਼ਰਧਾ ਹੈ ਉਹ ਜੀਵ ਨੂੰ ਅੰਨਾ ਕਰਕੇ ਕਿਸੇ ਵੀ ਗਲਤ ਕਾਰਜ ਦੇ ਵਿੱਚ ਪਾ ਦਿੰਦੀ, ਉਹ ਰਸਤੇ ਤੋਂ ਨਿਖੇੜ ਦਿੰਦੀ ਆ ਜੀਵ ਨੂੰ, ਉਹ ਕੁਮਾਰਗ ਤੇ ਪਾ ਦਿੰਦੀ, ਗਲਤ ਰਸਤੇ ਦੇ ਉੱਪਰ ਪਾ ਦਿੰਦੀ, ਜਿੱਥੇ ਕੇਵਲ ਕਰਮਕਾਂਡ ਰਹਿ ਜਾਂਦੇ ਨੇ, ਉਹਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਉਸ ਕਾਰਜ ਦੇ ਵਿੱਚੋਂ। ਹੁਣ ਗੁਰੂ ਪਿਆਰਿਓ, ਆਰੰਭਤਾ ਹੁੰਦੀ ਆ ਇਸ ਗੱਲ ਤੋਂ
क्योंकि मैं पहला बेनती की जदों विचार आरंभता हुई है उदों दास ने आप जी के चरणा कमलों में बेनती की सी गुरु प्यारिओ कि आसा की वार की जिहड़ी बाणी है वो एडी वड्डी बख्शिश आ साडे सबना दे उपर कि इस बाणी दे अंदर समाजिक मसलियां नूं, राजनीतिक मसलियां नूं, धार्मिक मसलियां नूं ते संसार दी जिन्ने भी कुकर्म हो रहे आ, जिन्ना भी संसार दे विच जो कुछ भी वरत रहा वो सारे विचारां नूं उजागर किया गया इस बाणी दे अंदर। हुण संसार दे सारे मसलियां दा मुੱਢ कित्थों ਵੱਜਦਾ ये पातशाह जी ने अज आरंभता करके दस्सिया है। हजूर कहंदे हां विच आया हां विच गया हां विच जम्मिया हां विच मुआ। गल की गुरु प्यारिओ समुचे सलोक दे अंदर साहिबां ने इस गल दे उपर चानना पाया कि भाई मनुख दे जीवन दा सारा कारज हौमे दे विच हो रहा ते बाणी दे अंदर गुरु प्यारिओ इसे रोग नूं इनू रोग किया सब तो वड्डा अगले सलोक दे विच आपां विचार करांगे। जे अज समा बनिया ते इसे विचार दे अंदर, नहीं ते अगे जदों समा बनेगा उदों असीं विचार दे नाल जुड़ांगे। गुरु प्यारिओ इत्थे साहिबां ने समझाया कि भाई मनुख दा सारा जीवन, सारे जीवन दे कारज जिन्ने भी मनुख कर रहा है ਉਹਦਾ ਮੁੱਢ ਵੱਜਦਾ ਜਿਹੜਾ ਮੂਲ ਸੋਮਾ ਜਿਹੜਾ ਜਿਹਦੇ ਕਰਕੇ ਸਾਰੇ ਕਾਰਜ ਕਰ ਰਿਹਾ ਮਨੁੱਖ, ਕਹਿੰਦੇ ਉਹ ਹੈਗੀ ਹਉਮੈ। ਹਉ ਮੈਂ ਭਾਵ ਮੈਂ ਹਾਂ ਸੰਸਾਰ ਦੇ ਉੱਤੇ, ਭਾਵ ਮੈਂ ਵੀ ਕੁਝ ਹਾਂ ਸੰਸਾਰ ਦੇ ਉੱਤੇ। ਤੇ ਇਸ ਹਉਮੈ ਨੂੰ ਗੁਰਬਾਣੀ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਜੀਵ ਦਾ ਰੋਗ ਦੱਸਿਆ ਵਾ। ਸਰੀਰਕ ਰੋਗ ਵੱਖਰੇ ਹੁੰਦੇ ਨੇ ਜਿਹੜੇ ਕਿਸੇ ਤਰ੍ਹਾਂ ਦੇ ਦਵਾ ਦਾਰੂ ਦੇ ਨਾਲ ਠੀਕ ਕੀਤੇ ਜਾ ਸਕਦੇ ਆ, कुछ ला इलाज रोग भी होंदे ने, पर जिहड़ा मन दा रोग है उहदे विचों हौमै सब तो वड्डा ते ला इलाज रोग दस्सिया। कहिंदे इहदा इलाज लभना बड़ा औखा कारज आ, क्योंकि इहदे इलाज करदे करदे उहदे विच भी हौमै पैदा हो जांदी। हुण हौमै दा इलाज की हो सकदा है? हौमै दा इलाज गुरु प्यारिओ इह हुंदा कि असीं गुरु चरणां दे विच जुड़ीए, सेवा करिए, सिमरन करिए। पर सेवा ते सिमरन करदियां भी इस गल दी भी कईयां दे अंदर हौमै पैदा हो जाती है कि भाई मैं 2 घंटे गुरु घर सेवा करता, मैं 2 घंटे गुरु घर सिमरन करता। मैनू माफ कर देना इस गल नूं समझना जीवन दे अंदर कि साडे अंदर ये कारज करदियां भी हुण ये ते दवाई सी, दारू सी साडे वास्ते कि सेवा सिमरन करना। हुण इस गल दी भी हौमै पैदा होगी ते कहंदे इहनूं कहंदे इस तरह कि जिवें आपां संसार दे विच कोई गलत दवाई लै लईए ते दवाई रिएक्शन कर जावे ना। हुण दवाई साडी गलत नहीं है, पर वो सानूं सूट नहीं कीती, साडे शरीर नूं वो सही नहीं बैठी, इस करके साडा रोग जिहड़ा होर वध गया। इस गल दे अंदर भी वध गया कि मैं सेवा जां सिमरन कीता है। खैर गुरु प्यारिओ, आपां विचार दी आरंभता तो पहलां सलोक दे विच जिहड़ी हौमै दी गल आई है ना, उस गल नूं समझण दा यतन करिए। पहली गल ते इत्थों आपां आरंभता करदे हां कि इह जिहड़ी सृष्टि साजी ना अकाल पुरख जी ने, इस सृष्टि दे अंदर जिन्ने भी लोक अकाल पुरख ने पैदा कीते, जिन्ने भी जीव जंत पैदा कीते, हुण हजूर कहंदे कि आवन जान एक खेल बनाया। भाव सृष्टि जिहड़ी वो एक खेड दे रूप में पैदा की, खेड तमाशा बनाया अकाल पुरख ने। हुण खेड दे अंदर गुरु प्यारिओ जिहड़ा मज़ा आनंद तां आउंदा आ जे हर कोई इस खेड नूं जित ना सके। खेड दे विच मज़ा ते तां आउंदा ना जे हर कोई जित जावे ते उस नूं फिर खेड नहीं समझिया जांदा, वो ते आम गल हो जांदी आ कहिंदे ने। ते खेड दूजी गल तां बनदी है जदों किसे नूं किसे बंधन दे विच पा दित्ता जांदा ते ओह बंधन छुड़ाउण वास्ते उहनूं इन्ना समा दित्ता जांदा है कि भाई तेरे पास खेडां इसे तरह खेडियां जांदियां ना संसार दे अंदर। जे कोई मैच लगदा किसे नूं मैच दे अंदर एक टास्क दित्ता जांदा कि भाई इन्ने समय दे अंदर
ਜਾਂ ਇੰਨੇ ਪੜਤੇ ਦੇ ਅੰਦਰ ਤੂੰ ਇੰਨਾ ਕਾਰਜ ਕਰਕੇ ਵਿਖਾਉਣਾ ਹੈ ਤੇ ਤੇਰੀ ਜਿੱਤ ਹੋਵੇਗੀ। ਤੇ ਗੁਰੂ ਪਿਆਰਿਓ, ਜੇ ਮਨੁੱਖ ਸੰਸਾਰ ਤੇ ਇਦਾਂ ਅਜਾਈ ਆ ਜਾਂਦਾ ਤੇ ਫਿਰ ਇਹ ਕਿਸੇ ਪ੍ਰਕਾਰ ਦੀ ਖੇਡ ਨਾ ਰਹਿੰਦੀ। ਫਿਰ ਸਾਰੇ ਇੱਥੋਂ ਆਉਂਦੇ ਤੇ ਮौज ਮਸਤੀ ਦੇ ਨਾਲ ਬੰਦਗੀ ਕਰਦੇ, ਬੰਦਗੀ ਕਰਕੇ ਇੱਥੋਂ ਚਲੇ ਜਾਂਦੇ। ਇੱਕ ਕਾਰਜ ਕੀ ਹੋਇਆ? ਸਾਹਿਬਾਂ ਦੀ ਬਾਣੀ ਦੇ ਅੰਦਰ ਬਚਨ ਹੈ ਕਿ ਸਾਰੇ ਜੀਵਾਂ ਨੂੰ ਅਕਾਲ ਪੁਰਖ ਨੇ ਇਸ ਖੇਡ ਦੇ ਅੰਦਰ ਇੱਕ ਇੱਕ ਜੰਜਾਲ ਪਾ ਕੇ ਭੇਜਿਆ, ਕਹਿ ਲਈਏ ਬੰਧਨ ਪਾ ਕੇ ਭੇਜਿਆ ਗਲ ਦੇ ਵਿੱਚ। ਹੁਣ ਉਸ ਬੰਧਨ ਤੋਂ ਛੁਟਕਾਰਾ ਪਾਉਣਾ ਹੀ ਜੀਵ ਦੇ ਜੀਵਨ ਦਾ ਅਸਲੀ ਕਾਰਜ ਸੀ। ਪਰ ਮਨੁੱਖ ਨੇ ਕੀ ਕਾਰਜ ਕੀਤਾ ਕਿ ਉਸ ਬੰਧਨ ਦੇ ਵਿੱਚ ਹੋਰ ਵੱਜਦਾ ਗਿਆ, ਵੱਜਦਾ ਗਿਆ, ਵੱਜਦਾ ਗਿਆ। ਕੇਵਲ ਮਨੁੱਖ ਦੀ ਇੱਥੇ ਗੱਲ ਨਹੀਂ, ਬਾਕੀ ਜੀਵ ਜੰਤੂਆਂ ਦੀ ਵੀ ਵਿਚਾਰ ਦਿੰਦੇ ਗੁਰਦੇਵ ਜੀ ਬਾਣੀ ਦੇ ਅੰਦਰ ਕਹਿੰਦੇ ਆ, ਹਉਮੈ ਰੋਗ ਮਾਨੁਖ ਕਉ ਦੀਨਾ, ਕਾਮ ਰੋਗ ਮੈਗਲ ਵਸ ਲੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਹਿੰਦੇ ਕੇਵਲ ਇੱਕ ਸਤਿਗੁਰੂ ਨੂੰ ਛੱਡ ਕੇ, ਕਿਉਂਕਿ ਸਤਿਗੁਰੂ ਸ਼ਬਦ ਸਰੂਪ ਹੈ, ਇਸ ਕਰਕੇ ਸ਼ਬਦ ਦੇ ਉੱਤੇ ਤ੍ਰੈ ਗੁਣ, ਜਿਹੜੇ ਤਿੰਨ ਗੁਣ ਨੇ, ਉਹ ਲਾਗੂ ਨਹੀਂ ਹੁੰਦੇ। ਉਹ ਰਜੋ ਤਮੋ ਸਤੋ ਦੇ ਗੁਣਾਂ ਦੇ ਵਿੱਚ ਉਹਦਾ ਪ੍ਰਭਾਵਿਤ ਨਹੀਂ ਹੁੰਦਾ। ਤੇ ਕੇਵਲ ਸਤਿਗੁਰੂ ਨੂੰ ਛੱਡ ਕੇ ਬਾਕੀ ਸੰਸਾਰ ਦੀ ਗੱਲ ਕਰਦੇ। ਪਾਤਸ਼ਾਹ ਜੀ ਕਹਿੰਦੇ, ਹਉਮੈ ਰੋਗ ਮਾਨੁਖ ਕੋ ਦੀਨਾ। ਮਨੁੱਖ ਨੂੰ ਇੱਕ ਸਭ ਤੋਂ ਵੱਡਾ ਜੀਵਨ ਦੇ ਵਿੱਚ ਰੋਗ ਦੇ ਦਿੱਤਾ। ਕਾਹਦਾ? ਹਉਮੈ ਦਾ, ਕਿ ਮੈਂ ਹਾਂ ਸੰਸਾਰ ਦੇ ਉੱਤੇ। ਮਨੁੱਖ ਜਦੋਂ ਵੀ ਕੁਝ ਪ੍ਰਾਪਤ ਕਰ ਲਵੇ, ਹਜ਼ੂਰ ਕਹਿੰਦੇ, ਜਬ ਕਛ ਪਾਵੈ ਤਬ ਮਾਨ ਕਰਤ ਹੈ। ਕਹਿੰਦੇ ਜਦੋਂ ਕੁਝ ਪ੍ਰਾਪਤ ਕਰ ਲਵੇ ਉਦੋਂ ਮਾਣ ਕਰਦਾ ਆ ਕਿ ਮੈਨੂੰ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਹੋ ਗਈ ਆ। ਕਾਹਦੇ ਕਰਕੇ? ਮੇਰੇ ਆਪਣੇ ਬਲ ਕਰਕੇ, ਮੇਰੀ ਆਪਣੀ ਪ੍ਰਤਿਸ਼ਠਾ ਮਾਣ ਕਰਕੇ, ਮੇਰੇ ਆਪਣੇ ਗਿਆਨ ਕਰਕੇ, ਮੇਰੀ ਆਪਣੀ ਮਾਇਆ ਕਰਕੇ, ਜਾਂ ਮੇਰੇ ਆਪਣੇ ਸਾਖ ਸੰਬੰਧੀਆਂ ਕਰਕੇ। ਜਦੋਂ ਮੇਰਾ ਆ ਗਿਆ ਨਾ, ਇੱਕ ਪ੍ਰਕਾਰ ਦੀ ਇਹ ਹਉਮੈ, ਇੱਕ ਪ੍ਰਕਾਰ ਦੀ ਮੈਂ, ਮੇਰੀ, ਮੈਂ, ਇਹ ਦੋ ਤਰ੍ਹਾਂ ਦੀਆਂ ਹਉਮੈ ਨੇ। ਹਉਮੈ ਦੇ ਦੋ ਰੂਪ ਨੇ। ਆਪਾਂ ਅੱਗੇ ਚੱਲ ਕੇ ਵਿਚਾਰ ਕਰਾਂਗੇ ਜੇ ਸਮਾਂ ਬਣਿਆ ਸਾਹਿਬਾਂ ਦੀ ਕਿਰਪਾ ਦੇ ਨਾਲ। ਇੱਥੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਜਿਸ ਪ੍ਰਕਾਰ ਹਾਥੀ ਨੂੰ, ਵਾਹਿਗੁਰੂ ਹਾਥੀ ਨੂੰ ਕਾਮ ਦਾ ਰੋਗ ਦਿੱਤਾ, ਹਾਥੀ ਜਿਹੜਾ ਉਹ ਕਾਮ ਦੇ ਰੋਗ ਦੇ ਕਰਕੇ, ਕਾਮ ਵਾਸਨਾ ਦੇ ਰੋਗ ਦੇ ਕਰਕੇ ਉਹ ਟੋਏ ਦੇ ਵਿੱਚ ਡਿੱਗ ਜਾਂਦਾ, ਤੇ ਜਿਸ ਕਰਕੇ ਉਹ ਸ਼ਿਕਾਰੀ ਉਸ ਨੂੰ ਫੜ ਕੇ ਲੈ ਜਾਂਦਾ ਤੇ ਉਸ ਹਾਥੀ ਨੂੰ ਸਰਕਸ ਦੇ ਵਿੱਚ ਨਚਾਇਆ ਜਾਂਦਾ। ਜਾਂ ਅਸੀਂ ਵੇਖਦੇ ਹਾਂ ਸਾਡੇ ਘਰਾਂ ਦੇ ਬਾਹਰ ਜੋਗੀ ਹਾਥੀ ਲੈ ਕੇ ਘੁੰਮਦੇ ਨੇ। ਉਹ ਇਸ ਤਰ੍ਹਾਂ ਹਾਥੀ ਨੂੰ ਫੜਿਆ ਜਾਂਦਾ। ਕਿਸ ਤਰ੍ਹਾਂ? ਭਗਤ ਕਬੀਰ ਸਾਹਿਬ ਜੀ ਬਚਨ ਕਰਦੇ, ਕਹਿੰਦੇ, ਕਾਲ ਪੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਕਹਿੰਦੇ ਕਾਲਪੂਤ ਕੀ ਹਸਤਨੀ, ਭਾਵ ਕਾਗਜ਼ ਦੀ ਹਸਤਨੀ ਬਣਾ ਕੇ ਸ਼ਿਕਾਰੀ ਜਿਹੜਾ ਉਹ ਇੱਕ ਟੋਆ ਪੁੱਟ ਕੇ ਜੰਗਲ ਦੇ ਅੰਦਰ ਉਹਦੇ ਉੱਤੇ ਘਾਸ ਰੱਖ ਕੇ, ਘਾਹ ਰੱਖ ਕੇ, ਪੱਤੇ ਵਿਛਾ ਕੇ ਤੇ ਕਿਸੇ ਤਰੀਕੇ ਦੇ ਨਾਲ ਉਸ ਨੂੰ ਥੋੜਾ ਜਿਹਾ ਪੱਧਰਾ ਜਿਹਾ ਕਰਕੇ ਤੇ ਉਹਦੇ ਉੱਪਰ ਕਾਗਜ਼ ਦੀ ਹਥਨੀ ਬਣਾ ਕੇ ਰੱਖ ਦਿੰਦੇ ਨੇ ਵੱਡੀ ਸਾਰੀ। ਹਾਥੀ ਜਿਹੜਾ ਉਹ ਕਾਮ ਦੇ ਵਿੱਚ ਮਤਿਆ ਹੋਇਆ, ਮਸਤ ਹੋਇਆ, ਉਹ ਹਥਨੀ ਦੇ ਜਦੋਂ ਪਾਸ ਆ ਕੇ ਖੜਦਾ ਹੈ ਤੇ ਉਹ ਜਿਹੜੀ ਜ਼ਮੀਨ ਟੋਆ ਹੋਣ ਕਰਕੇ, ਉਤੋਂ ਪੋਲੀ ਹੋਣ ਕਰਕੇ ਉਹ ਟੋਏ ਦੇ ਵਿੱਚ ਡਿੱਗ ਜਾਂਦਾ। ਇਸ ਤਰ੍ਹਾਂ ਹਾਥੀ ਨੂੰ ਕਾਬੂ ਦੇ ਵਿੱਚ ਕਰ ਲਿਆ ਜਾਂਦਾ। ਹਜ਼ੂਰ ਕਹਿੰਦੇ ਕਾਮ ਰੋਗ ਮੈਗਲ, ਮੈਗਲ ਕਹਿੰਦੇ ਹਾਥੀ ਨੂੰ ਵਸ ਲੀਨਾ। ਸੰਸਾਰ ਦੇ ਵਿੱਚ ਹਾਥੀ ਇਸ ਤਰ੍ਹਾਂ ਵਸ ਦੇ ਵਿੱਚ ਕਰ ਲਿਆ ਜਾਂਦਾ। ਕਹਿੰਦੇ ਦ੍ਰਿਸ਼ਟ ਰੋਗ ਪਚ ਮੂਹੇ ਪਤੰਗਾ, ਪਤੰਗਾ ਜਿਹੜਾ ਉਹ ਕਿਤੇ ਵੀ ਉੱਡ ਰਿਹਾ ਹੋਵੇ, ਜਦੋਂ ਉਸ ਨੂੰ ਦੂਰ ਤੋਂ ਵੀ ਕਿਤੇ ਦੀਵਾ ਬਲਦਾ, ਕਿਤੇ ਜੋਤ ਨਜ਼ਰ ਆ ਜਾਵੇ, ਉਹ ਜਾ ਕੇ ਉਹਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੰਦਾ। ਭਾਵ ਦੇਖਣ ਦੇ ਰੋਗ ਦੇ ਨਾਲ ਉਸ ਪਤੰਗੇ ਦੀ ਮੌਤ ਹੋ ਗਈ। ਉਹ ਉਹਦੇ ਵਿੱਚ ਆ ਕੇ ਆਪਣੀ ਛਮਾ ਦੇ ਵਿੱਚ ਜਾ ਕੇ ਤੇ ਸੜ ਜਾਂਦਾ ਹੈ। ਨਾਦ ਰੋਗ ਖਪ ਗਏ ਕੁਰੰਗਾ,
ਕਹਿੰਦੇ ਹਿਰਨ ਜਿਹੜਾ ਉਹ ਨਾਦ ਦੇ ਰੋਗ ਦੇ ਕਰਕੇ ਸ਼ਿਕਾਰੀ ਜਾ ਕੇ ਜੰਗਲ ਦੇ ਵਿੱਚ ਘੰਡੇ ਹੇੜੇ ਦਾ ਰਾਗ ਵਜਾਉਂਦਾ ਆ, ਨਾਦ ਛਿੜਦਾ ਹੈ, ਇੱਕ ਸਾਜ਼ ਹੈ। ਉਸ ਸਾਜ਼ ਨੂੰ ਸੁਣਦਾ ਹੋਇਆ ਹਿਰਨ ਜਿਹੜਾ ਉਹ ਮਸਤ ਹੋ ਕੇ ਤੇ ਜੰਗਲ ਦੇ ਵਿੱਚ ਜਾ ਕਰਕੇ ਤੇ ਜੰਗਲ ਦੇ ਵਿੱਚ ਜਾ ਕੇ ਉੱਥੇ ਖੜ ਜਾਂਦਾ ਆ ਸ਼ਿਕਾਰੀ ਦੇ ਪਾਸ, ਤੇ ਉਹ ਰਾਗ ਨੂੰ ਆਵਾਜ਼ ਨੂੰ ਸੁਣਨ ਦੇ ਵਿੱਚ ਇੰਨਾ ਕੁ ਮਸਤ ਹੋ ਜਾਂਦਾ ਕਿ ਉਸ ਨੂੰ ਆਪਣੀ ਸੁੱਧ ਬੁੱਧ ਨਹੀਂ ਰਹਿੰਦੀ। ਸ਼ਿਕਾਰੀ ਉਸ ਦੇ ਧੁੰਨੀ ਦੇ ਵਿੱਚੋਂ, ਉਸ ਦੇ ਪੇਟ ਦੇ ਵਿੱਚੋਂ ਕਸਤੂਰੀ ਕੱਢ ਲੈਂਦੇ। ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਜਿਹੜਾ ਵੀ ਸੰਸਾਰ ਤੇ ਦਿਖ ਰਿਹਾ ਸੱਚ ਕਰਕੇ ਜਾਣੋ ਇਸ ਗੱਲ ਨੂੰ, ਕਿਉਂਕਿ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਕਿ ਭਾਈ ਗੁਰੂ ਦੇ ਸ਼ਬਦ ਨੂੰ ਸੱਤ ਕਰਕੇ ਜਾਣੋ। ਇਸ ਕਰਕੇ ਸੱਚ ਕਰਕੇ ਜਾਣੋ। ਇਸ ਬਚਨਾਂ ਦੇ ਅੰਦਰ ਕਿਤੇ ਵੀ ਰਾਈ ਮਾਤਰ ਝੂਠ ਨਹੀਂ ਲਿਖਿਆ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਨੇ, ਕਿਸੇ ਨੂੰ ਕੋਈ ਰੋਗ, ਕਿਸੇ ਨੂੰ ਕੋਈ ਰੋਗ, ਭਾਵੇਂ ਜੀਵ ਜੰਤ ਵੀ ਨੇ, ਕਿਸੇ ਨੂੰ ਕੋਈ ਰੋਗ ਲੱਗਾ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਲੱਗਾ ਆ। ਸੱਪਣੀ ਜਿਹੜੀ ਉਹ ਆਪਣੇ ਬੱਚਿਆਂ ਨੂੰ ਅੰਡਿਆਂ ਦੇ ਵਿੱਚੋਂ ਨਿਕਲਣ ਲੱਗਿਆਂ ਹੀ ਖਾ ਲੈਂਦੀ, ਇਹ ਵੀ ਇੱਕ ਪ੍ਰਕਾਰ ਦਾ ਰੋਗ ਆ। ਖੈਰ ਵਿਚਾਰ ਕਰ ਰਹੇ ਸਾਂ, ਜਿਸ ਤਰ੍ਹਾਂ ਸਾਰੇ ਸੰਸਾਰ ਨੂੰ ਰੋਗ ਲੱਗੇ ਆ, ਇਸੇ ਪ੍ਰਕਾਰ ਹਜ਼ੂਰ ਕਹਿੰਦੇ ਕਿ ਭਾਈ ਮਨੁੱਖ ਨੂੰ ਵੀ ਇੱਕ ਰੋਗ ਲੱਗਾ। ਕਾਹਦਾ? ਹਉਮੈ ਰੋਗ ਮਾਨੁਖ ਕਉ ਦੀਨਾ। ਇਹ ਹਉਮੈ ਦਾ ਰੋਗ ਜਿਹੜਾ ਨਾ, ਇਹ ਮਨੁੱਖ ਨੂੰ ਦਿੱਤਾ ਆ। ਹਉਮੈ ਦੇ ਰੋਗ ਦੇ ਕਰਕੇ ਮਨੁੱਖ ਜਿਹੜਾ ਇਹ ਬੰਧਨਾਂ ਦੇ ਵਿੱਚ ਸਾਰਾ ਜੀਵਨ ਪਿਆ ਰਹਿੰਦਾ। ਗੁਰੂ ਪਿਆਰਿਓ, ਕਾਹਦੇ ਕਰਕੇ ਭਰਮਦੇ ਆਂ ਅਸੀਂ ਸੰਸਾਰ ਦੇ ਅੰਦਰ? ਜਾਂ ਤਾਂ ਮੈਂ ਕਰਕੇ ਕਿ ਮੈਂ ਕੁਛ ਬਣ ਜਾਵਾਂ ਜੀਵਨ ਦੇ ਅੰਦਰ, ਮੈਂ ਕੁਛ ਹੋ ਜਾਵਾਂ ਜੀਵਨ ਦੇ ਅੰਦਰ, ਮੈਂ ਕੋਈ ਪ੍ਰਾਪਤੀ ਕਰ ਲਵਾਂ, ਤੇ ਜਾਂ ਮੇਰੇ ਕਰਕੇ ਮੇਰਾ ਪਰਿਵਾਰ ਸੁਖੀ ਵਸ ਜਾਵੇ, ਮੇਰੇ ਬੱਚੇ ਚੰਗੇ ਪੜ੍ਹ ਲਿਖ ਜਾਣ, ਮੇਰੇ ਪਰਿਵਾਰ ਨੂੰ ਕੋਈ ਪ੍ਰਾਪਤੀ ਹੋ ਜਾਵੇ, ਮੇਰਾ ਪਰਿਵਾਰ ਮੇਰੇ ਉੱਤੇ ਮਾਣ ਕਰੇ। ਦੋ ਹੀ ਗੱਲਾਂ ਨੇ ਨਾ, ਜਾਂ ਮੈਂ ਦੇ ਕਰਕੇ ਭੱਜਦੇ ਆ ਤੇ ਜਾਂ ਮੇਰੇ ਦੇ ਕਰਕੇ ਭੱਜਦੇ। ਕਹਿਣ ਤੋਂ ਭਾਵ ਇਹ ਨਹੀਂ ਕਿ ਇਹ ਕਾਰਜ ਨਹੀਂ ਕਰਨੇ, ਮਤ ਇਹ ਹੈ ਕਿ ਨਾ ਤੇ ਮੈਂ ਆਵੇ ਜੀਵਨ ਦੇ ਅੰਦਰ ਤੇ ਨਾ ਹੀ ਮੇਰਾ ਆਵੇ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਰਵੇ ਜੀਵਨ ਦੇ ਅੰਦਰ ਕਿ ਭਾਈ ਮੈਂ ਤੇ ਸੇਵਾ ਕਰ ਰਿਹਾ ਆਪਣੇ ਪਰਿਵਾਰ ਦੀ, ਪਰਿਵਾਰ ਮੇਰਾ ਨਹੀਂ, ਉਹਦਾ ਦਿੱਤਾ ਹੋਇਆ ਆ, ਉਹਦੀ ਬਖਸ਼ਿਸ਼ ਆ, ਤੇ ਜਿਸ ਸਮੇਂ ਉਹਦਾ ਚਿੱਤ ਕਰੇ ਉਹ ਵਾਪਸ ਲੈ ਸਕਦਾ। ਖੈਰ ਬਹੁਤ ਵੱਡੀ ਬਖਸ਼ਿਸ਼ ਦੀ ਗੱਲ ਆ ਇਹ। ਹੁਣ ਜੀਵਨ ਦੇ ਅੰਦਰ ਮਨੁੱਖ ਨੂੰ ਇਹ ਹਉਮੈ ਦਾ ਰੋਗ ਲੱਗ ਗਿਆ, ਤੇ ਇਹ ਕੇਵਲ ਗੁਰੂ ਪਿਆਰਿਓ ਐਸੀ ਗੱਲ ਨਹੀਂ ਕਿ ਕਿਸੇ ਨੂੰ ਆਪਣੀ ਉਮਰ ਦੇ ਵਿੱਚ ਜਾ ਕੇ ਜਵਾਨੀ ਦੇ ਵਿੱਚ ਲੱਗੇਗਾ, ਜਾਂ ਕਿਸੇ ਨੂੰ ਬੁਢਾਪੇ ਦੇ ਵਿੱਚ ਜਾ ਕੇ ਲੱਗੇਗਾ, ਜਾਂ ਕਿਸੇ ਨੂੰ 30 ਸਾਲ ਦੀ 40 ਸਾਲ ਦੀ ਉਮਰ ਦੇ ਵਿੱਚ ਜਾ ਕੇ ਲੱਗੇਗਾ। ਜਿਸ ਸਮੇਂ ਮਨੁੱਖ ਪੈਦਾ ਹੋਇਆ, ਪੈਦਾ ਹੋਣ ਦੇ ਨਾਲ ਇਹ ਸਾਰੇ ਰੋਗ ਜੀਵ ਜਨਤਾ ਨੂੰ, ਮਨੁੱਖ ਨੂੰ ਵੀ ਜਮਾਂਦਰੂ ਹੀ ਪ੍ਰਾਪਤ ਹੋਏ ਆ। ਇੱਥੇ ਸਾਹਿਬਾਂ ਨੇ ਬਚਨ ਕੀਤਾ ਨਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ। ਇਹ ਜੰਮਿਆ ਹੀ ਆ ਬੱਚਾ, ਅਜੇ ਜੰਮਿਆ, ਅਜੇ ਪੈਦਾ ਹੀ ਹੋਇਆ ਬੱਚਾ, ਤੇ ਤਾਂ ਵੀ ਹਜ਼ੂਰ ਕਹਿੰਦੇ ਹਉਮੈ ਦਾ ਰੋਗ ਲੱਗਾ, ਇਸ ਕਰਕੇ ਜੰਮਿਆ ਹੈ। ਮਾਂ ਦੇ ਗਰਭ ਦੇ ਵਿੱਚ ਸੀ, ਤੇ ਮਾਂ ਦੇ ਗਰਭ ਦੇ ਵਿੱਚੋਂ ਗੁਰੂ ਪਿਆਰਿਓ ਇਹਦੇ ਮਨ ਦੇ ਵਿੱਚ ਇੱਛਾ ਸੀ ਕਿ ਮੈਂ ਪ੍ਰਗਟ ਹੋਵਾਂ, ਮੈਂ ਸੰਸਾਰ ਤੇ ਜਾ ਕੇ ਲੋਕਾਂ ਨੂੰ ਆਪਣਾ ਆਪ ਦਿਖਾਵਾਂ। ਸੱਚ ਕਰਕੇ ਜਾਣਿਓ ਇਸ ਗੱਲ ਨੂੰ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਮਨੁੱਖ ਜਿਹੜਾ ਉੱਥੇ ਰੱਬ ਦੇ ਨਾਲ ਗੱਲਾਂ ਕਰਦਾ, ਰੱਬ ਦੇ ਨਾਲ ਗੱਲਾਂ ਕਰਦਾ, ਇਹ ਗੱਲ ਆਖਦਾ ਆ ਕਿ ਮੈਨੂੰ ਸੰਸਾਰ ਦੇ ਉੱਪਰ ਭੇਜੋ, ਮੈਂ ਸੰਸਾਰ ਤੇ ਜਾ ਕੇ ਆਪਣੇ ਆਪ ਦਾ ਕੁਝ ਸਵਾਰਾਂਗਾ, ਮੈਂ ਬੰਦਗੀ ਕਰਾਂਗਾ। ਭਾਵ ਆਪਣਾ ਆਪ ਅਜੇ ਪੈਦਾ ਹੋਣਾ ਲੋਚਦਾ ਆ ਕਿ ਮੈਂ ਸੰਸਾਰ ਤੇ ਜਾਵਾਂ। ਭਾਵ ਜੰਮਣ ਤੋਂ ਪਹਿਲਾਂ ਹੀ ਇਹਦੇ ਅੰਦਰ ਹਉਮੈ ਦਾ ਰੋਗ ਪੈਦਾ ਪਿਆ ਹੈ। ਹਉਮੈ ਇਹਦੇ ਅੰਦਰ ਜੰਮਣ ਤੋਂ ਪਹਿਲਾਂ ਦਾ ਜਿਹੜਾ ਇਸ ਨੂੰ ਰੋਗ ਲੱਗਾ ਹੋਇਆ, ਜਦੋਂ ਸੰਸਾਰ ਤੇ ਆਇਆ ਤੇ ਹਉਮੈ ਦਾ ਰੋਗ ਨਾਲ ਲੈ ਕੇ ਆਇਆ ਗੁਰੂ ਪਿਆਰੇ, ਤੇ ਸਾਰਾ ਜੀਵਨ ਇਸੇ ਰੋਗ ਦੇ ਅੰਦਰ ਭਰਮਦਾ ਰਿਹਾ। ਭਗਤ ਰਵਿਦਾਸ ਜੀ ਦਾ ਸ਼ਬਦ ਆਪਾਂ ਮੰਗਲਾਚਰਨ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਭਗਤ ਰਵਿਦਾਸ ਜੀ ਕਹਿੰਦੇ ਸਾਰਾ ਜੀਵਨ ਲੰਘ ਗਿਆ, ਪਰ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ।
अनल अगम जैसे लहर मैं ओदद जल केवल जल माही। कहते अज तक मैनू इसे गल दी नहीं समझ आई कि मनुख जदों पैदा होया ना मेरे मन दे विच इहो गल आ गई कि मैं अकाल पुरख तो वखरा हाँ, कि मैं अपने आप दे विच संसार दे विच कोई हस्ती रखता, मेरा अपना स्वरूप है संसार दे अंदर कोई। कहते अज तक मैनू इस गल की सोझ ही नहीं आई। हुण वेखो जल दे विचों दी तरंगा पैदा होण ते तरंगा अपने आप नू सोचण लग जाण कि भाई नहीं असी तरंग दे रूप विच आ ते समुंदर थल्ले आ। कहते भाई ये ते मूर्खता दी गल आ। तरंगा जिहड़ियां पैदा होईयां वो जल दा रूप ने, वो छिण मात्र दे समय वास्ते हन ते अगले समय विच नहीं होणगी। भाव जल केवल जल माही, जल दे विच केवल जल ही हो सकता आ। तरंगा असल दे विच स्वरूप ने जल दा, असल विच जल नहीं, वो जल दा स्वरूप ने। जल दा स्वरूप होण करके उन्हां नूं इस गल दा गुमान नहीं होना चाहिए कि असी अपनी वखरी होंद रखदी हां। भगत रविदास जी बचन करदे अगे कहंदे माधवे क्या कहिए भ्रम ऐसा जैसा मानिया होए ना तैसा। कहते जिस तरह का मैं मन रहा सी उस तरह का है ही नहीं संसार दे अंदर। इस हौमे दे रोग दे करके मनुख ये चितवदा रहा, ये सोचदा रहा जीवन दे अंदर कि भाई मैं कुछ कर रही हूँ, मैं संसार दे विच कुछ कर रही हूँ। कबीर जी आखदे ना बचन करदे आ ना हम किया ना करेंगे ना कर सके शरीर, क्या जाना क्या हर किया भयो कबीर कबीर। ये निमरता दी गल आ ते गुरु सवारिओ इस गल नूं समझना। गुरमत दे अंदर सिੱਖੀ दे मार्ग दे अंदर हजूर ने 3 हिस्से गरीबी दे सारे संसार दे नालों सिੱਖਾਂ नूं लैके दिते आ अकाल पुरख दी दरगाह दे विच कि भाई इन्नी निमरता वाले रहन सिख। जितना मर्जी जीवन दे विच ज्ञान होवे, सिੱਖਾਂ दे विच बल होवे, पर गुरु दे कोल आके खीवा हो जावे, निमरता सहित आके इत्थे बेनतियां करे। नानक हुक्म ना चले नाल खसम चलै अरदास। अरदास बेनती तां करी जांदी जदों आपां खीवे हो जाइए, निमरता दे विच आ जाइए। जदों असी किसी नूं अपने नालों वड्डा समझीए ना उदों असी अरदास करदे हां। पर मनुख इत्थों तक संसार दे अंदर राजे महाराजे होए, साडे सामने इतिहास इस गल दी गवाही भरदा। हरनाकश की समझदा सी अपने आप नूं, अपने आप नूं रब समझ के सारे संसार नूं भी नाम जपाउंदा अपना कि भाई हरनाकश जपिया करो, रब दा नाम लेना छड्ड दो। ते अपने पुत्र प्रहलाद नूं भी आखदा कि तू भी भाई मेरा नाम जपिया कर। ते प्रहलाद ने जाके जिथे चटसाल दे अंदर पढ़ाउंदे सन उत्थे जाके सारे चाटड़े विगाड़ दिते। भाव उन्हां नूं भी रब दा नाम जपण ते ला दिता। पत्थर लैके ते पत्थर वजाई जाने, रब दा नाम जपी जाना। खैर वो एक प्यार वालियां दी गल आ। पर इधर वेखो हंकारियां दी गल, हरनाकश वर्गियां दी। हजूर कहंदे ना हंकारियां निंदका पिठ दे नाम देओ मुख लाया, जन नानक ऐसा हर सेविया अंत लए छड़ाया। हंकार करन वाले वेखो संसार दे उपर किड्डे किड्डे राजे होए आ। गुरबाणी भी इस गल दी गवाही भरदी, इतिहास दे विचों भी कुछ उदाहरणां ने गुरबाणी दे अंदर। हजूर कहंदे मेरी मेरी कैरों करते दुर्योधन से भाई, 12 योजन शत्र चलै था देही गिरजन खाई। कहंदे मैदाने जंग दे अंदर उन्हां कौरवां दी देहां चुकण वास्ते भी कोई लभ्या नहीं, वो देहां गिरजां ने खाधियां जाके। की आखदे सी कि साडे वर्गा कोई संसार ते जम्मिया नहीं। पांडव की हुंदे ने ते 5 ने असीं 100 आ, ये आखदे सी मन दे अंदर। हजूर कहंदे सर्ब सोइन की लंका होती रावण से अधकाई। कहंदे रावण वर्गा अज तक संसार ते कोई बादशाह होया, सर्ब सोइन की लंका होती। अज कोई 12 लाख दा 13 लाख दा 1 करोड़ दी 2 करोड़ दी कोठी मकान लै लवेगा, जां सोने दे कोई थाल दे विच प्रशादा छकदा होऊ संसार ते उत्ते कोई विरला टावा होवे,
ਕਹਿੰਦੇ ਅੱਜ ਤੱਕ ਐਸਾ ਕੋਈ ਪੈਦਾ ਨਹੀਂ ਹੋਇਆ ਜਿਹਦੇ ਸਾਰਾ ਦਾ ਸਾਰਾ ਹਵੇਲੀ, ਸਾਰੇ ਦਾ ਸਾਰਾ ਮਕਾਨ, ਜਿਹੜਾ ਸਾਰੇ ਦਾ ਸਾਰਾ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਹੰਕਾਰ ਕਰਦਾ ਸੀ ਜੀਵਨ ਦੇ ਅੰਦਰ ਕਿ ਭਾਈ ਮੇਰੇ ਕੋਲ ਬੜੀ ਸੋਨੇ ਦੀ ਲੰਕਾ ਆ, ਮੈਂ ਬੜਾ ਗਿਆਨਵਾਨ ਆ, ਮੈਂ ਬੜਾ ਬੁੱਧੀਵਾਨ ਆ। ਇਸ ਲਈ ਹਜ਼ੂਰ ਕਹਿੰਦੇ ਇਹ ਭਾਈ ਰੋਗ ਕਿਤੇ ਅੱਜ ਦੀ ਗੱਲ ਨਹੀਂ, ਇਹਨੂੰ ਹਟਣ ਵਾਸਤੇ, ਦੂਰ ਹੋਣ ਵਾਸਤੇ ਸਮਾਂ ਲੱਗੇਗਾ, ਅਸੀਂ ਵਿਚਾਰ ਕਰਾਂਗੇ ਅੱਗੇ। ਖੈਰ ਅੱਜ ਹਜ਼ੂਰ ਕਹਿੰਦੇ ਕਿ ਭਾਈ ਇਹ ਜਿਹੜਾ ਹਉਮੈ ਦਾ ਰੋਗ ਆ ਨਾ, ਇਹ ਮਨੁੱਖ ਦੇ ਜੰਮਦਿਆਂ ਦੇ ਨਾਲ ਹੀ ਰੋਗ ਦੇ ਕੇ ਅਕਾਲ ਪੁਰਖ ਨੇ ਭੇਜਿਆ। ਤੇ ਮੈਂ ਪਹਿਲਾਂ ਬੇਨਤੀ ਕੀਤੀ ਆ ਆਪ ਜੀ ਦੇ ਚਰਨਾਂ ਵਿੱਚ ਕਿ ਜੀਵਨ ਦੇ ਵਿੱਚ ਖੇਡ ਇਹ ਹੈ ਕਿ ਅਕਾਲ ਪੁਰਖ ਨੂੰ ਹੀ ਸਾਰਾ ਕੁਝ ਜਾਣ ਕੇ ਤੇ ਉਸ ਅਕਾਲ ਪੁਰਖ ਦਾ ਨਾਮ ਜਪ ਕੇ ਇਸ ਹਉਮੈ ਦੇ ਜੰਜਾਲ ਦੇ ਵਿੱਚੋਂ ਨਿਰਲੇਪ ਹੋਣਾ, ਇਸ ਬੇੜੀ ਨੂੰ, ਇਸ ਬੰਧਨ ਨੂੰ ਗਲੇ ਦੇ ਵਿੱਚੋਂ ਕੱਢ ਕੇ ਸੁੱਟਣਾ। ਹਜ਼ੂਰ ਤਾਂ ਕਹਿੰਦੇ ਸੰਸਾਰ ਦੇ ਵਿੱਚ ਵੇਖੋ ਭਾਈ ਕਿੰਨੇ ਕਿੰਨੇ ਉਹ ਲੋਕ ਹੋ ਚੁੱਕੇ ਨੇ ਜਿਹੜੇ ਆਪਣੀ ਸਾਰੇ ਦੀ ਸਾਰੀ ਮਾਇਆ ਤਿਆਗ ਕੇ, ਸਾਰੇ ਦਾ ਸਾਰਾ ਘਰ ਪਰਿਵਾਰ, ਰਾਜ ਗੱਦੀਆਂ, ਸਿੰਘਾਸਨ ਤਿਆਗ ਕੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਵੀ ਉਹਨਾਂ ਦਾ ਖਹਿੜਾ ਇਹ ਹਉਮੈ ਨਹੀਂ ਛੱਡਦੀ। ਬਚਨ ਆਉਂਦਾ ਬਾਣੀ ਦੇ ਅੰਦਰ, ਕਹਿੰਦੇ ਮਾਇਆ ਤਜੀ ਤਉ ਕਿਆ ਭਇਆ, ਜਾਉ ਮਾਨ ਤਜਿਆ ਨਹੀਂ ਜਾਏ। ਕਹਿੰਦੇ ਮਾਇਆ ਛੱਡੀ ਤੇ ਕੀ ਹੋ ਗਿਆ। ਮਾਇਆ ਤੇ ਕੋਈ ਵੀ ਛੱਡ ਸਕਦਾ ਸੰਸਾਰ ਦੇ ਅੰਦਰ, ਅਜੇ ਮਾਇਆ ਛੱਡਣੀ ਵੀ ਬੜਾ ਔਖਾ ਕੰਮ ਆ। ਹਜ਼ੂਰ ਕਹਿੰਦੇ ਮਾਇਆ ਛੱਡੀ ਤੇ ਕੁਛ ਨਹੀਂ ਹੋਇਆ। ਕਹਿੰਦੇ ਜਦੋਂ ਮਾਇਆ ਛੱਡਣ ਦੀ ਹਉਮੈ ਪੈਦਾ ਹੋ ਗਈ ਚਿੱਤ ਦੇ ਅੰਦਰ ਕਿ ਭਾਈ ਮੈਂ ਰਾਜ ਸਿੰਘਾਸਨ ਛੱਡ ਕੇ ਆਇਆ, ਕਹਿੰਦੇ ਮਾਇਆ ਤਜੀ ਤਉ ਕਿਆ ਭਇਆ, ਜਾਉ ਮਾਨ ਤਜਿਆ ਨਹੀਂ ਜਾਏ। ਜਦੋਂ ਮਾਨ ਨਹੀਂ ਤਜਿਆ ਗਿਆ, ਅੰਦਰੋਂ ਮਾਨ ਨਹੀਂ ਛੱਡਿਆ ਗਿਆ, ਕਹਿੰਦੇ ਮਾਨ ਮੁਨੇ ਮੁਨਿਵਰ ਗਲੇ, ਮਾਨ ਸਭੈ ਕੋ ਖਾਏ। ਕਹਿੰਦੇ ਮਾਨ ਦੇ ਅੰਦਰ ਹੀ ਵੱਡੇ ਵੱਡੇ ਮੁਨੀ ਦੇਵਤੇ ਮਰ ਗਏ, ਖਤਮ ਹੋ ਗਏ, ਗਲ ਗਏ। ਕਾਦੇ ਵਿੱਚ? ਹੰਕਾਰ ਦੇ ਵਿੱਚ, ਮਾਨ ਦੇ ਵਿੱਚ। ਕਿ ਉਹਨਾਂ ਨੂੰ ਮਾਣ ਸੀ ਕਿ ਅਸੀਂ ਬੜਾ ਤਪ ਕੀਤਾ, ਬੜੀ ਤਪੱਸਿਆ ਕੀਤੀ ਹੈ। ਜੋਗੀਆਂ ਨੂੰ ਮਾਣ ਸੀ ਆਪਣੇ ਤਪ ਦੇ ਉੱਤੇ ਕਿ ਸਾਡੀ ਉਮਰ ਕਈ ਕਈ ਹਜ਼ਾਰ ਸਾਲਾਂ ਦੀ ਹੋ ਗਈ। ਹਜ਼ੂਰ ਨੇ ਸਿੱਧ ਗੋਸ਼ਟ ਬਾਣੀ ਦੇ ਅੰਦਰ ਸਾਰਾ ਉਹਨਾਂ ਦਾ ਚਿੱਠਾ ਖੋਲ ਕੇ ਦੱਸ ਦਿੱਤਾ ਸਾਡੇ ਸਾਹਮਣੇ ਕਿ ਭਾਈ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ। ਹਜ਼ੂਰ ਕਹਿੰਦੇ, ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਇਹ, ਕਹਿੰਦੇ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ। ਬਾਬੇ ਨੇ ਉੱਥੇ ਆਖਿਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੈਂ ਤੇ ਵੇਖਿਆ ਜੋਗੀਆਂ ਦੇ ਕੋਲ ਵਸਤੂ ਕੋਈ ਨਹੀਂ ਆ, ਇਹ ਤੇ ਐਵੇਂ ਹੰਕਾਰ ਦੇ ਵਿੱਚ ਫੁੱਲੇ ਫਿਰਦੇ ਆ। ਕਹਿੰਦੇ ਸੰਸਾਰ ਦੇ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ, ਜਿੰਨੇ ਵੀ ਪੁਰਖ ਇਸਤਰੀਆਂ ਸੰਸਾਰ ਤੇ ਮਨੁੱਖ ਦੇ ਰੂਪ ਵਿੱਚ ਦਿਖ ਰਹੇ ਨੇ, ਇਹਨਾਂ ਸਾਰਿਆਂ ਨੂੰ ਹੀ ਹੰਕਾਰ ਦਾ ਰੋਗ ਲੱਗਾ ਹੈ। ਕਿਸੇ ਦੇ ਵਿੱਚ ਥੋੜਾ, ਕਿਸੇ ਦੇ ਵਿੱਚ ਜ਼ਿਆਦਾ, ਕਿਸੇ ਦਾ ਘਟ ਗਿਆ, ਕਿਸੇ ਦਾ ਗੁਰੂ ਚਰਨਾਂ ਨਾਲ ਜੁੜ ਕੇ ਘਟ ਹੁੰਦਾ 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 ਘਟਦਾ ਜਾ ਰਿਹਾ ਵਾ। ਪਰ ਲੱਗਾ ਸਾਰਿਆਂ ਨੂੰ ਰੋਗ ਆ। ਜੀਵਨ ਦੇ ਵਿੱਚ ਅਸੀਂ ਇਹ ਕਾਰਜ ਕਰਨਾ ਸੀ ਕਿ ਇਸ ਰੋਗ ਤੋਂ ਮੁਕਤ ਹੋਣਾ ਸੀ। ਰੋਗ ਦੀ ਦਵਾਈ ਦਾਰੂ ਲੱਭਣੀ ਸੀ। ਦਵਾਈ ਵੀ ਅੱਗੇ ਪਾਤਸ਼ਾਹ ਜੀ ਦੱਸਦੇ, ਮੁਕੰਮਲ ਵਿਚਾਰਿਆ। ਆਓ ਆਰੰਭ ਕਰੀਏ। ਕਹਿੰਦੇ ਹਾਂ ਵਿੱਚ ਆਇਆ, ਹਾਂ ਵਿੱਚ ਗਿਆ। ਹਾਂ ਦੇ ਵਿੱਚ, ਹਉਮੈ ਵਿੱਚ ਸੰਸਾਰ ਤੇ ਜੀਵ ਆਇਆ, ਹਉਮੈ ਦੇ ਵਿੱਚ ਹੀ ਇਸ ਸੰਸਾਰ ਤੋਂ ਚਲਾ ਗਿਆ। ਹਾਂ ਵਿੱਚ ਜੰਮਿਆ, ਹਾਂ ਵਿੱਚ ਮੁਆ। ਸੰਸਾਰ ਤੇ ਜੰਮਿਆ, ਪੈਦਾ ਹੋਇਆ ਤੇ ਹਉਮੈ ਦੇ ਵਿੱਚ ਹੀ ਇਸ ਸੰਸਾਰ ਤੋਂ ਮਰ ਗਿਆ। ਭਾਵ ਜਿੰਨੇ ਵੀ ਕਾਰਜ ਜੀਵਨ ਦੇ ਕੀਤੇ ਹਉਮੈ ਦੇ ਵਿੱਚ ਕੀਤੇ। ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖਟਿਆ, ਹਾਂ ਵਿੱਚ ਗਿਆ। ਕਹਿੰਦੇ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਦਿੱਤਾ, ਦਾਨ ਕੀਤਾ, ਉਹ ਵੀ ਹਉਮੈ ਦੇ ਅੰਦਰ, ਤੇ ਜੇ ਕਿਸੇ ਦੇ ਪਾਸੋਂ ਲਿਆ ਤੇ ਉਹ ਵੀ ਹਉਮੈ ਦੇ ਅੰਦਰ। ਕਿਉਂਕਿ ਜਿਹੜੀ ਵਸਤ ਦਾਨ ਦੇ ਵਿੱਚ ਜਾਂ ਭੇਟਾ ਦੇ ਵਿੱਚ ਲੈ ਲਈ, ਉਸ ਤੋਂ ਬਾਅਦ ਉਹ ਵਸਤ ਅਸੀਂ ਆਖ ਦਿੰਦੇ ਮੇਰੀ ਹੋ ਗਈ ਹੈ, ਤੇ ਮੇਰੀ ਤੋਂ ਭਾਵ ਹਉਮੈ ਪੈਦਾ ਹੋ ਗਈ। ਫਿਰ ਕਹਿੰਦੇ ਹਉਮੈ ਦੇ ਵਿੱਚ ਹੀ ਖੱਟਿਆ ਕਿ ਭਾਈ ਮੈਂ ਮਿਹਨਤ ਕਰਨ ਵਾਸਤੇ ਜਾ ਰਿਹਾ, ਮੈਂ ਪੁੱਤਰਾਂ ਧੀਆਂ ਨੂੰ ਪਾਲਣ ਵਾਸਤੇ ਮਿਹਨਤ ਕਰਦਾ, ਖੱਟ ਕੇ ਲਿਆ ਰਿਹਾ। ਕਿ ਹਉਮੈ ਦੇ ਵਿੱਚ ਹੀ ਗਿਆ ਕਿ ਭਾਈ ਮੈਂ ਪੁੱਤਰਾਂ ਧੀਆਂ ਤੇ ਖਰਚ ਕਰ। ਹਾਂ ਵਿੱਚ ਸਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ। ਕਹਿੰਦੇ ਹਉਮੈ ਦੇ ਵਿੱਚ ਹੀ ਸੰਸਾਰ ਤੇ ਕਈ ਵਾਰ ਸਚਿਆਰ ਬਣ ਜਾਂਦਾ ਆ, ਕਈ ਵਾਰ ਕੂੜਿਆਰ ਭਾਵ ਝੂਠਾ ਵੀ ਬਣ ਜਾਂਦਾ, ਹਉਮੈ ਦੇ ਅੰਦਰ ਹੀ। ਕਿਉਂਕਿ ਮੈਂ ਰਹਿ ਗਈ ਨਾ ਅਸਲ ਦੇ ਅੰਦਰ।
ਜਦੋਂ ਸਰੀਰ ਨੂੰ ਵੀ ਕਤਰਾ ਕਤਰਾ ਬੰਦ ਬੰਦ ਤੁਪਕਾ ਤੁਪਕਾ ਕਰਕੇ ਕੱਟ ਵੀ ਦਈਏ, ਇਹਦੇ ਵਿੱਚੋਂ ਸਰੀਰ ਦਾ ਕੱਲਾ ਕੱਲਾ ਕਤਰਾ ਵੀ ਡਿੱਗ ਜਾਵੇ, ਹਜ਼ੂਰ ਕਹਿੰਦੇ ਉਦੋਂ ਤੱਕ ਵੀ ਮਨੁੱਖ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਰਹਿੰਦੀ ਆ ਕਿ ਭਾਈ ਮੈਂ ਮੈਨੂੰ ਬਚਾਓ। ਉਦੋਂ ਤੱਕ ਵੀ ਇਹਦੇ ਬੰਦੇ ਦੇ ਅੰਦਰੋਂ ਮੈਂ ਨਹੀਂ ਖਤਮ ਹੁੰਦੀ। ਐਸਾ ਜਿਹੜਾ ਰੋਗ ਇਸ ਨੂੰ ਭਿਆਨਕ ਲੱਗਾ ਆ। ਸਾਹਿਬ ਜੀ ਕਹਿੰਦੇ ਹਉ ਵਿੱਚ ਪਾਪ ਪੁੰਨ ਵਿਚਾਰ, ਪਾਪ ਤੇ ਪੁੰਨ ਦੀ ਵਿਚਾਰ ਵੀ ਜੀਵਨ ਦੇ ਅੰਦਰ ਹਉਮੈ ਦੇ ਵਿੱਚ ਜੀਵ ਕਰਦਾ ਆ। ਕਹਿੰਦੇ ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ। ਹਉਮੈ ਦੇ ਵਿੱਚ ਹੀ ਨਰਕ ਤੇ ਸੁਰਗ ਦੇ ਵਿੱਚ ਅਵਤਾਰ ਲੈਣਾ ਲੋਚਦਾ, ਭਾਵ ਨਰਕ ਤੇ ਸੁਰਗ ਦੇ ਵਿੱਚ ਜਾਣਾ ਲੋਚਦਾ, ਜਿਹਦੇ ਕਰਕੇ ਕੰਮ ਕਰਕੇ ਹਉਮੈ ਭਾਵ ਪੈਦਾ ਹੋ ਜਾਂਦਾ ਮਨ ਦੇ ਵਿੱਚ। ਹਜ਼ੂਰ ਇਹ ਨਹੀਂ ਕਹਿੰਦੇ ਕਿ ਚੰਗੇ ਕੰਮ ਨਾ ਕਰੋ ਜਾਂ ਮਾੜੇ ਕੰਮ ਕਰੋ, ਇਸ ਤਰ੍ਹਾਂ ਦੀ ਕੋਈ ਵਿਚਾਰ ਨਹੀਂ। ਇਹ ਵਿਚਾਰ ਹੈ ਕਿ ਭਾਈ ਜੇ ਮਾੜੇ ਕੰਮ ਕੀਤੇ ਨੇ ਤੇ ਇਹ ਵਿਚਾਰ ਰੱਖ ਕੇ ਅੱਗੇ ਤੋਂ ਮੈਂ ਚੰਗੇ ਕਰਾਂਗਾ, ਤੇ ਜੇ ਚੰਗੇ ਕੰਮ ਕਰ ਲਏ, ਜੇ ਦਾਨ ਪੁੰਨ ਕਰ ਲਿਆ ਜੀਵਨ ਦੇ ਅੰਦਰ, ਤੇ ਇਹ ਨਾ ਵਿਚਾਰ ਰੱਖ ਕੇ ਮੈਨੂੰ ਇਹਦਾ ਫਲ ਪ੍ਰਾਪਤ ਹੋਵੇ, ਇਹਦੇ ਫਲ ਦੇ ਪਿੱਛੇ ਮੈਂ ਭੱਜਿਆ ਫਿਰਾਂ ਸਾਰਾ ਜੀਵਨ ਕਿ ਮੈਨੂੰ ਫਲ ਪ੍ਰਾਪਤ ਹੋ ਜਾਵੇ। ਹਜ਼ੂਰ ਤਾਂ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਕੋਈ ਕਾਮਨਾ ਨਾ ਰੱਖ ਮਨ ਦੇ ਅੰਦਰ, ਕਿਉਂਕਿ ਕਾਮਨਾ ਇਸ ਗੱਲ ਨੂੰ ਜਨਮ ਦਿੰਦੀ ਆ ਕਿ ਮੈਨੂੰ ਕੁਝ ਪ੍ਰਾਪਤ ਹੋ ਜਾਵੇ, ਤੇ ਮੈਨੂੰ ਤੋਂ ਭਾਵ ਮੈਂ ਤੋਂ ਭਾਵ ਹੰਕਾਰ। ਪਾਤਸ਼ਾਹ ਜੀ ਅੱਗੇ ਬਚਨ ਕਰਦੇ ਕਹਿੰਦੇ ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉਮੈ ਦੇ ਵਿੱਚ ਹੀ ਹੱਸਦਾ, ਆਪਣੇ ਪਰਿਵਾਰ ਦੇ ਨਾਲ ਖੇਡਦਾ, ਹਉਮੈ ਦੇ ਵਿੱਚ ਹੀ ਰੋਂਦਾ। ਜਦੋਂ ਕੋਈ ਪਰਿਵਾਰ ਦਾ ਦੁਖੀ ਹੋ ਜਾਵੇ ਤੇ ਕਹਿੰਦਾ ਮੇਰਾ ਪਰਿਵਾਰ ਦੁਖੀ ਹੋ ਗਿਆ, ਤੇ ਇਹ ਵੀ ਹਉਮੈ ਦੇ ਵਿੱਚ ਕਾਰਜ ਕਰ ਰਿਹਾ। ਹਉ ਦੇ ਵਿੱਚ ਹੀ ਮੈਲ ਭਰ ਲੈਂਦਾ ਜੀਵਨ ਦੇ ਅੰਦਰ ਗਲਤ ਕਾਰਜ ਕਰਕੇ, ਹਉਮੈ ਦੇ ਵਿੱਚ ਹੀ ਉਸ ਮੈਲ ਨੂੰ ਧੋ ਵੀ ਲੈਂਦਾ ਪਾਪ ਦੇ ਜਿਹੜੇ ਪੁੰਨ ਕਰਕੇ ਨਾਲ ਹੀ ਨਾਲ। ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਜਿਹੜਾ ਜੀਵਨ ਜਨਮਿਆ ਹੈ, ਜੋ ਜੰਮਿਆ ਹੈ, ਉਹ ਵੀ ਖੋ ਰਿਹਾ, ਉਹ ਖਤਮ ਕਰ ਰਿਹਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਕਹਿੰਦੇ ਭਾਈ ਜੀਵਨ ਦੇ ਵਿੱਚ ਨਾ ਜਦੋਂ ਕੋਈ ਚੰਗੀ ਗੱਲ ਕਰ ਦੇਵੇ ਉਦੋਂ ਸਿਆਣਾ ਬਣਦਾ, ਉਹ ਵੀ ਹਉਮੈ ਦੇ ਅੰਦਰ ਮੂਰਖ ਬਣ ਜਾਂਦਾ, ਤੇ ਉਦੋਂ ਵੀ ਆਪਣਾ ਆਪ ਭਾਵੇਂ ਉੱਥੇ ਨਹੀਂ ਜਤਲਾਉਂਦਾ, ਪਰ ਜਦੋਂ ਮੂਰਖ ਬਣ ਗਿਆ ਉਦੋਂ ਆਪਣੇ ਆਪ ਨੂੰ ਸ਼ਰਮਿੰਦਾ ਹੋ ਕੇ ਬਚਾਉਣ ਦਾ ਯਤਨ ਕਰਦਾ ਕਿ ਹੁਣ ਮੇਰੀ ਇੱਥੇ ਤੌਹੀਨ ਨਾ ਹੋਵੇ, ਮੈਂ ਮੂਰਖ ਬਣ ਗਿਆ, ਮੈਂ ਮੂਰਖਾਂ ਵਾਲੀ ਗੱਲ ਕਰ ਦਿੱਤੀ ਕੋਈ, ਉੱਥੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ ਹੈ ਕਿ ਭਾਈ ਹੁਣ ਮੇਰੀ ਇੱਥੇ ਤੌਹੀਨ ਨਾ ਹੋਵੇ, ਭਾਵ ਇਹ ਵੀ ਹਉਮੈ ਦੇ ਵਿੱਚ ਕਾਰਜ ਕਰ ਰਹੇ ਆ। ਤੇ ਹਜ਼ੂਰ ਕਹਿੰਦੇ ਮੋਖ ਮੁਕਤ ਕੀ ਸਾਰ ਨਾ ਜਾਣ, ਅਸਲ ਦੇ ਵਿੱਚ ਮੁਕਤੀ ਦਾ ਸਾਰ ਕਾਰਜ ਜਿਹੜਾ ਉਹ ਜਾਣਦਾ ਨਹੀਂ, ਕਿਉਂਕਿ ਮੁਕਤੀ ਤਾਂ ਇਹ ਸੀ ਕਿ ਭਾਈ ਜੀਵਨ ਦੇ ਵਿੱਚੋਂ ਹਉਮੈ ਦਾ ਬੰਧਨ ਕੱਟਿਆ ਜਾਂਦਾ। ਹਉਮੈ ਗਲ ਦੇ ਵਿੱਚੋਂ ਦੀ ਇਹ ਜਿਹੜਾ ਬੰਧਨ, ਜਿਹੜੀ ਜੰਜੀਰ ਪਈ, ਇਹ ਗਲ ਦੇ ਵਿੱਚੋਂ ਦੀ ਲਾਹ ਕੇ ਸੁੱਟ ਦਿੰਦਾ ਤੇ ਤਾਂ ਕਿਹਾ ਜਾ ਸਕਦਾ ਸੀ, ਤੇ ਫਿਰ ਗੁਰੂ ਪਿਆਰਿਓ ਇਹ ਗੱਲ ਨਹੀਂ ਹੋਣੀ ਸੀ ਜੇ ਮੁਕਤੀ ਦਾ ਦੁਆਰਾ ਪ੍ਰਾਪਤ ਕਰਕੇ ਮਨ ਦੇ ਵਿੱਚ ਇਹ ਆ ਗਿਆ ਨਾ ਕਿ ਭਾਈ ਮੈਂ ਮੁਕਤ ਹੋ ਗਿਆ ਵਾਂ। ਕਈ ਇਸ ਤਰ੍ਹਾਂ ਦੇ ਵੀ ਪੁਰਖ ਨੇ, ਮਿਲਦੇ ਨੇ ਸਾਨੂੰ ਕਿ ਭਾਈ ਮੈਂ ਜੀਵਨ ਮੁਕਤ ਦੀ ਪਦਵੀ ਹਾਸਲ ਕਰ ਲਈ, ਮੈਨੂੰ ਪਰਿਵਾਰ ਦਾ ਮੋਹ ਨਹੀਂ, ਮੈਨੂੰ ਮੋਹ ਮਾਇਆ ਨਹੀਂ ਵਿਆਪਦੀ, ਮੈਂ ਜੀਵਨ ਮੁਕਤ ਦੀ ਪਦਵੀ ਹਾਸਲ ਕਰ। ਭਾਈ ਇਸੇ ਗੱਲ ਦਾ ਹੀ ਮੋਹ, ਇਸੇ ਗੱਲ ਦਾ ਹੀ ਹੰਕਾਰ ਕਰਕੇ ਬੈਠ ਗਿਆ ਕਿ ਮੈਂ ਜੀਵਨ ਮੁਕਤ ਦੀ ਪਦਵੀ ਹਾਸਲ ਕਰ ਲਈ। ਕਿਨੇ? ਮੈਂ ਹੰਕਾਰ ਦੇ ਵਿੱਚ ਆ ਗਿਆ। ਫਿਰ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਕਹਿੰਦੇ ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਪਾਇਆ, ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਪਾਤਸ਼ਾਹ ਜੀ ਬਚਨ ਕਰਦੇ ਕਹਿੰਦੇ ਹਉਮੈ ਦੇ ਵਿੱਚ ਹੀ ਇਹ ਮਾਇਆ ਦੀ ਪ੍ਰਾਪਤੀ ਕਰਦਾ ਹੈ। ਸਾਰੀ ਮਾਇਆ ਸੰਸਾਰ ਤੇ ਪਸਰ ਰਹੀ, ਜਿਹੜੀ ਅਕਾਲ ਪੁਰਖ ਦੀ ਛਾਇਆ ਪਰਛਾਵਾਂ ਆ, ਤੇ ਹਉਮੈ ਦੇ ਕਰਕੇ ਹੀ ਸਾਰੇ ਜੰਤ ਜੀਵ ਜੰਤ ਸੰਸਾਰ ਤੇ ਪੈਦਾ ਹੋਏ ਕਿ ਭਾਈ ਜਾਓ ਆਪਣੀ ਖੇਡ ਤਮਾਸ਼ੇ ਕਰੋ। ਜਿਹੜਾ ਇਸ ਖੇਡ ਦੇ ਵਿੱਚੋਂ ਨਿਕਲ ਗਿਆ, ਜਿਹਨੇ ਗਲ ਦੇ ਵਿੱਚੋਂ ਇਹ ਬੰਧਨ ਜਿਹੜੇ ਹਉਮੈ ਦਾ ਜੰਜਾਲ ਪਿਆ, ਇਹ ਸੰਗਲ ਪਿਆ ਗਲ ਦੇ ਵਿੱਚ, ਜਿਸ ਨੇ ਤੇ ਵਾਹਿਗੁਰੂ ਦੇ ਨਾਮ ਦੇ ਸਦਕਾ ਲਾ ਕੇ ਸੁੱਟ ਦਿੱਤਾ, ਉਸ ਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਥਾਂ ਮਿਲ ਜਾਵੇਗੀ, ਭਾਵ ਉਹ ਸੰਸਾਰ ਤੋਂ ਜਿੱਤ ਕੇ ਗਿਆ। ਨਹੀਂ ਤੇ ਮੇਰੇ ਵਰਗੇ ਸਾਰੇ ਸੰਸਾਰ ਦੇ ਵਿੱਚ ਆਪਾਂ ਤੁਰੇ ਫਿਰਦੇ ਆਂ। ਸਾਹਿਬ ਜੀ ਕਿਰਪਾ ਕਰਨ ਸਾਡੇ ਉੱਪਰ ਇਹ ਬਖਸ਼ਿਸ਼ ਹੋ ਜਾਵੇ। ਹਜ਼ੂਰ ਅਖੀਰਲਾ ਜਿਹੜਾ ਪਦਾ ਹੈ, ਜਿਹੜਾ ਬੰਦ ਹੈ, ਉਸ ਦੇ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਕਹਿੰਦੇ ਹਉਮੈ ਬੂਝੈ, ਆਪਣੇ ਆਪ ਦੀ ਹਉਮੈ ਨੂੰ ਬੁੱਝ ਲਵੇ, ਸਮਝ ਲਵੇ,
ਤਾਂ ਦਰ ਸੂਝੈ, ਫਿਰ ਅਕਾਲ ਪੁਰਖ ਦਾ ਦਰ ਸੁਝੇਗਾ, ਨਜ਼ਰ ਆਉਣਾ ਸ਼ੁਰੂ ਹੋਵੇਗਾ। ਨਹੀਂ ਤੇ ਗਿਆਨ ਵਿਹੂਣਾ, ਅਸਲੀ ਜੀਵਨ ਦੇ ਗਿਆਨ ਤੋਂ ਵਿਹੂਣਾ ਜੀਵ ਜਿਹੜਾ ਉਹ ਸੰਸਾਰ ਤੇ ਕੱਥ ਲੁੱਝੈ, ਭਾਵ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਤੇ ਲੁੱਝਦਾ ਫਿਰਦਾ, ਆਪਸ ਦੇ ਵਿੱਚ ਗੇੜੇ ਗੋਤੇ ਖਾਂਦਾ ਫਿਰਦਾ ਆ ਕਿ ਭਾਈ ਮੈਂ ਸਹੀ ਆ ਜਾਂ ਉਹ ਗਲਤ ਆ। ਇਸੇ ਗੱਲ ਦੇ ਵਿੱਚ ਹੀ ਲੁੱਝਦਾ ਫਿਰਦਾ ਆ। ਗਿਆਨ ਤੋਂ ਵਿਹੂਣਾ, ਅਸਲ ਜੀਵਨ ਦਾ ਗਿਆਨ, ਅਸਲ ਜਿਹੜੇ ਗਿਆਨ ਦੀ ਗੱਲ ਆਪਾਂ ਪਿੱਛੇ ਕਰਕੇ ਆਏ, ਉਹ ਗਿਆਨ ਜਦੋਂ ਤੱਕ ਜੀਵਨ ਦੇ ਅੰਦਰ ਨਹੀਂ, ਫਿਰ ਪਾਤਸ਼ਾਹ ਜੀ ਕਹਿੰਦੇ ਨਾਨਕ ਹੁਕਮੀ ਲਿਖੀਐ ਲੇਖ, ਜੇਹਾ ਵੇਖੇ ਤੇਹਾ ਵੇਖ। ਕਹਿੰਦੇ ਹੁਕਮ ਦੇ ਅੰਦਰ ਉਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੇ ਲੇਖ ਲਿਖੇ। ਅਸਲ ਗੱਲ ਹੁਕਮ ਨੂੰ ਬੁੱਝਣ ਦੀ ਹੈ। ਹਜ਼ੂਰ ਜਪਜੀ ਸਾਹਿਬ ਦੇ ਅੰਦਰ ਬਚਨ ਕਰਦੇ ਆ ਨਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਬਖਸ਼ਿਸ਼ ਕੀਤੀ ਸਾਹਿਬਾਂ ਨੇ ਸਾਡੇ ਉੱਪਰ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅੱਗੇ ਬਚਨ ਕੀਤਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ। ਜੇ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲਈਏ ਕਿ ਭਾਈ ਸਾਰੇ ਕਾਰਜ ਉਹ ਕਰ ਰਿਹਾ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਜਾਂ ਬਚਨ ਆਉਂਦਾ ਕਰੇ ਕਰਾਵੈ ਆਪੇ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਮਨੁੱਖ